ਜੈ ਮਸੀਹ ਦੀ ਸਾਰਿਆਂ ਨੂੰ ਪ੍ਰੇਜ਼ ਦ ਲਾਰਡ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਇੰਨੇ ਪਿਆਰੇ ਵਚਨ ਦੇ ਲਈ। ਸੋ ਜਿਹੜਾ ਅਸੀਂ ਲਾਸਟ ਭਜਨ ਗਾਇਆ, ਇਹ ਭਜਨ ਮੈਂ ਮੰਡੇ ਤੋਂ ਗਾ ਰਹੀ ਸੀ ਅਤੇ ਪਾਸਟਰ ਕੁਲਵੰਤ ਮੈਨੂੰ ਕਹਿੰਦੇ ਮੇਰੀ ਭੈਣ ਕੋਈ ਭਜਨ ਹੈਗਾ? ਮੈਂ ਕਿਹਾ ਪਾਸਟਰ ਜੀ ਮੰਡੇ ਤੋਂ ਮੈਂ ਆਹੀ ਭਜਨ ਗਾ ਰਹੀ ਹਾਂ, ਤੇਰਾ ਸ਼ੁਕਰ ਕਰਾਂ ਲੱਖ ਵਾਰੀ ਯਿਸੂ ਮੇਰੇ ਨਾਸਰੀਆ। ਸੋ ਅਸੀਂ ਅੱਜ ਵਚਨ ਦੇ ਵਿੱਚੋਂ ਦੇਖਾਂਗੇ ਕਿ ਜੋ ਕੁਛ ਵੀ ਹੋਇਆ ਪਿਛਲੇ ਹਫ਼ਤੇ 'ਚ ਅਸੀਂ ਦੇਖਿਆ, ਅਸੀਂ ਪ੍ਰਭੂ ਯਿਸੂ ਨੂੰ ਪਹਿਲੀ ਵਾਰ ਇਹਨਾਂ ਵਚਨਾਂ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਉਹ ਮੁਰਦਿਆਂ ਵਿੱਚੋਂ ਜਿੰਦਾ ਹੋ ਕੇ ਆਪਣੇ ਚੇਲਿਆਂ 'ਤੇ ਆਪਣੇ ਆਪ ਨੂੰ ਰਿਵੀਲ ਕਰਦੇ ਆ। ਸੋ ਅਸੀਂ ਜੇ ਲੂਕ ਦਾ 24 ਦੇ ਪਹਿਲੇ 12 ਵਰਸਿਸ ਪੜ੍ਹਦੇ ਹੈਗੇ ਆ, ਉਹਦੇ ਵਿੱਚ ਸਿਰਫ ਸਾਨੂੰ ਪਤਾ ਲੱਗਦਾ ਕਿ ਯਿਸੂ ਮਸੀਹ ਜਿੰਦਾ ਹੋ ਗਏ ਆ ਪਰ ਦਿਖਾਈ ਨਹੀਂ ਕਿਸੇ ਨੂੰ ਦਿੱਤੇ। ਸੋ ਅਸੀਂ ਇਹਨਾਂ ਵਰਸਾਂ ਦੇ ਵਿੱਚ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਜਿੰਦਾ ਹੋ ਕੇ ਆਪਣੇ ਚੇਲਿਆਂ ਨੂੰ ਦਰਸ਼ਨ ਦਿੰਦੇ ਆ। ਸੋ ਅੱਜ ਦਾ ਸਾਡਾ ਜਿਹੜਾ ਟੌਪਿਕ ਹੈਗਾ ਉਹ ਹੈਗਾ ਅਪੀਅਰੈਂਸ ਆਫ ਜੀਸਸ ਆਫਟਰ ਰਿਜ਼ਰੈਕਸ਼ਨ, ਅਤੇ ਪ੍ਰਭੂ ਯਿਸੂ ਮਸੀਹ ਦਾ ਮੁਰਦਿਆਂ ਵਿੱਚੋਂ ਜਿੰਦਾ ਹੋਣ ਤੋਂ ਬਾਅਦ ਆਪਣੇ ਚੇਲਿਆਂ ਨੂੰ ਦਰਸ਼ਨ ਦੇਣਾ। ਸੋ ਅਸੀਂ ਵਚਨ ਵਿੱਚੋਂ ਦੇਖਿਆ ਕਿ ਜਦੋਂ ਇਹ ਪ੍ਰਭੂ ਯਿਸੂ ਮਸੀਹ ਦੇ ਜਿਹੜੇ 2 ਚੇਲੇ ਹੈਗੇ ਆ, ਮੈਂ ਦੇਖਣ ਦੀ ਟਰਾਈ ਕਰਦੀ ਸੀਗੀ ਕਿ ਇਹ ਜਿਹੜੇ 2 ਚੇਲੇ ਆ, ਇਹ ਹਸਬੈਂਡ ਵਾਈਫ ਆ ਜਾਂ ਇਹ 2 ਚੇਲੇ ਮੈਨ ਹੈਗੇ ਨੇ। ਜਿੱਦਾਂ ਅਸੀਂ ਇੱਥੇ ਕੇਲੋਪਾਸ ਦਾ ਜ਼ਿਕਰ ਦੇਖਦੇ ਹੈਗੇ ਹਾਂ, ਕਿਉਂਕਿ ਕੇਲੋਪਾਸ ਉਹੀ ਹੈ ਜਿਹਦੀ ਪਤਨੀ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ ਕੋਲੇ ਖੜੀ ਸੀਗੀ ਜਦੋਂ ਪ੍ਰਭੂ ਨੂੰ ਕਰੂਸੀਫਾਈਡ ਕੀਤਾ। ਸੋ ਇਹ ਜਾਂ ਇਹ 2 ਚੇਲੇ ਉਹ ਵੀ ਹੋ ਸਕਦੇ ਆ, ਕਿਉਂਕਿ ਪ੍ਰਭੂ ਦੇ 70 ਚੇਲੇ ਵੀ 72 ਚੇਲੇ ਵੀ ਸੀਗੇ, 500 ਵੀ ਸੀਗੇ, ਪਰ ਇਹ ਉਹਨਾਂ 11 ਚੇਲਿਆਂ ਦੇ ਵਿੱਚੋਂ ਨਹੀਂ ਸੀਗੇ। ਸੋ ਉਹ ਉਹਨਾਂ ਨੇ ਲਿਖਿਆ ਕਿ ਉਸੇ ਦਿਨ 2 ਚੇਲੇ ਐਮਾਊਸ ਨਾਂ ਦੇ ਪਿੰਡ ਨੂੰ ਜਾ ਰਹੇ ਸਨ। ਉਸੇ ਦਿਨ ਕਦੋਂ? ਸੰਡੇ। ਜਦੋਂ ਸੰਡੇ ਉਹ ਜਿਹੜੀ ਹੈਗੀ ਆ ਮਰੀਅਮ ਮਗਦਲੀਨੀ ਪ੍ਰਭੂ ਦੀ ਕਬਰ 'ਤੇ ਗਈਆਂ ਕਿ ਅਸੀਂ ਪ੍ਰਭੂ ਨੂੰ ਸੁਗੰਧਾਂ ਲਾ ਕੇ ਅਸੀਂ ਉਹਨਾਂ ਦੀ ਬਾਡੀ ਨੂੰ ਇੱਦਾਂ ਜੋ ਵੀ ਉਹ ਸਵੇਰੇ ਰਸਮ ਕਰਨ ਚੱਲ ਗਈਆਂ, ਅਤੇ ਇਹ ਚੇਲੇ ਵਿਟਨੈਸ ਸੀਗੇ, ਦੋਨੋਂ ਉੱਥੇ ਸੀਗੇ। ਉਹਨਾਂ ਨੇ ਸਭ ਕੁਛ ਜਿਹੜਾ ਔਰਤਾਂ ਨੇ ਉਹਨਾਂ ਨੂੰ ਦੱਸਿਆ ਅਤੇ ਉਹਨਾਂ ਨੇ ਸਭ ਕੁਛ ਦੇਖਿਆ। ਅਤੇ ਇਹ ਅਸੀਂ ਦੇਖਦੇ ਹਾਂ ਵਚਨ ਦੇ ਵਿੱਚੋਂ ਕਿ ਇਹ ਸਬਤ ਮਨਾਉਣ ਆਏ ਸੀਗੇ ਯਰੂਸ਼ਲਮ ਦੇ ਵਿੱਚ। ਬਹੁਤ ਸਾਰੇ ਲੋਕ ਆਉਂਦੇ ਸੀ, ਆਲੇ ਦੁਆਲੇ ਬਹੁਤ ਭੀੜ ਸੀ। ਸਾਨੂੰ ਪਾਸਟਰ ਬੋਬ ਨੇ ਸਾਨੂੰ ਗਿਣਤੀ ਵੀ ਦੱਸੀ ਸੀ, ਮਿਲੀਅਨ ਲੋਕ ਆਉਂਦੇ ਸੀ ਉੱਥੇ ਸਬਤ ਮਨਾਉਣ ਯਰੂਸ਼ਲਮ ਦੇ ਵਿੱਚ, ਅਤੇ ਇਹ ਵੀ ਉਹਨਾਂ ਵਿੱਚੋਂ ਹੀ ਸੀਗੇ। ਸੋ ਇਹ ਅਸੀਂ ਦੇਖਦੇ ਹਾਂ ਕਿ ਬਹੁਤ ਡਿਸਕਰੇਜ ਆ, ਗੱਲਾਂ ਬਾਤਾਂ ਕਰਦੇ ਪਏ ਆ ਵੀ ਕੀ ਕੁਛ ਹੋਇਆ, ਅਤੇ ਉਹਨਾਂ ਨੂੰ ਬੜੀ ਉਮੀਦ ਸੀਗੀ ਪ੍ਰਭੂ ਯਿਸੂ 'ਤੇ, ਕਿ ਸਾਰਿਆਂ ਨੂੰ ਹੀ ਸੀਗੀ, ਦੂਸਰੇ ਲੋਕਾਂ ਨੂੰ ਵੀ ਸੀਗੀ ਕਿ ਹਾਂ ਉਹ ਸਾਨੂੰ ਰੋਮਨ ਸਰਕਾਰ ਤੋਂ ਮੁਕਤ ਕਰਵਾਉਣਗੇ। ਅਤੇ ਅਸੀਂ ਦੇਖਦੇ ਹੈਗੇ 3 ਪੁਆਇੰਟ ਦੇਖਾਂਗੇ ਇਹਦੇ ਅੱਜ ਜੋ ਵੀ ਪਰਮੇਸ਼ਰ ਨੇ ਮੈਨੂੰ ਦਿੱਤਾ ਹੈਗਾ। ਪਹਿਲਾਂ ਤਾਂ ਸਾਡਾ ਅੱਜ ਦਾ ਟਾਈਟਲ ਹੈਗਾ ਅਪੀਅਰੈਂਸ ਆਫ ਜੀਸਸ ਆਫਟਰ ਰਿਜ਼ਰੈਕਸ਼ਨ, ਪ੍ਰਭੂ ਯਿਸੂ ਮਸੀਹ ਦਾ ਮੁਰਦਿਆਂ ਵਿੱਚੋਂ ਜਿੰਦਾ ਹੋਣ ਤੋਂ ਬਾਅਦ ਚੇਲਿਆਂ ਨੂੰ ਦਰਸ਼ਨ ਦੇਣਾ। ਸੋ ਅਸੀਂ 3 ਪੁਆਇੰਟ ਦੇਖਾਂਗੇ। ਪਹਿਲਾ ਪੁਆਇੰਟ ਹੈਗਾ ਡਿਸਾਈਪਲਸ ਵਰ ਹੋਪਲੈਸ, ਡਿਸਕਰੇਜ, ਸਲੋ ਇਨ ਬਲੀਵ। ਸੈਕੰਡ ਹੈਗਾ ਨੋਇੰਗ ਦ ਪ੍ਰੋਫੈਸੀ ਆਫ ਸਕ੍ਰਿਪਚਰਸ, ਬਿਲੀਵ ਦ ਪ੍ਰੋਫੈਸੀ ਆਫ ਸਕ੍ਰਿਪਚਰ। ਫਿਰ ਤੀਸਰਾ ਹੈਗਾ ਵਰਡ ਆਫ ਗਾਡ ਚੇਂਜ ਅਵਰ ਲਾਈਫ, ਚੇਂਜ ਅਵਰ ਹਾਰਟਸ। ਸੋ ਪਹਿਲਾਂ ਅਸੀਂ ਦੇਖਾਂਗੇ ਕਿ ਡਿਸਾਈਪਲਸ ਆਰ ਹੋਪਲੈਸ, ਡਿਸਕਰੇਜ, ਸਲੋ ਇਨ ਬਲੀਵ। ਅਸੀਂ ਜਿੱਦਾਂ ਹੁਣੇ ਦੇਖਿਆ ਕਿ ਉਹ ਕਿਉਂ ਹੋਪਲੈਸ ਸੀਗੇ, ਕਿਉਂ ਡਿਸਕਰੇਜ ਸੀਗੇ। ਜੇ ਮੈਂ ਦੇਖਦੀ ਪਈ ਸੀ ਜੇ ਅਸੀਂ ਉਹਨਾਂ ਦੀ ਜਗ੍ਹਾ ਹੁੰਦੇ ਅਤੇ ਅਸੀਂ ਵੀ ਇੱਦਾਂ ਹੀ ਹੋਣਾ ਸੀ। ਅਸੀਂ ਉਹ ਸਮਝਦੇ ਹੈਗੇ ਨੇ ਕਿ ਇਹ ਪ੍ਰਭੂ ਉਹਨਾਂ ਨੂੰ ਪ੍ਰਭੂ ਨੇ ਉਹ ਵੀ ਨਵੀ ਸਮਝਦੇ ਪਏ ਪ੍ਰਭੂ ਨੂੰ ਕਿ ਹਾਂ ਉਹਨਾਂ ਨੇ ਜਿੱਦਾਂ ਉਹਨਾਂ ਨੂੰ ਵਚਨ 'ਚ ਪਤਾ ਹੋਣਾ ਜਿਹੜੇ ਪੁਰਾਣੇ ਨਵੀ ਸੀਗੇ ਉਹਨਾਂ ਨੂੰ ਵੀ ਲੋਕਾਂ ਨੇ ਕਤਲ ਕਰਤਾ ਸੀਗਾ, ਅਤੇ ਉਹਨਾਂ ਨੇ ਸਮਝਿਆ, ਤਾਂ ਹੀ ਉਹ ਕਹਿੰਦੇ ਆ ਕਿ ਉਹ ਇੱਕ ਨਵੀ ਸ਼ਕਤੀਮਾਨ ਨਵੀ ਮੰਨਿਆ ਜਾਂਦਾ ਸੀ। ਅਤੇ ਉਹਨਾਂ ਨੂੰ ਇਹ ਹੋ ਗਿਆ ਕਿ ਵੀ ਹਾਂ ਇਹ ਵੀ ਹੁਣ ਨਵੀ ਸੀਗੇ ਅਤੇ ਪ੍ਰਭੂ ਨੂੰ ਸਲੀਬ 'ਤੇ ਚੜ੍ਹਾਤਾ, ਅਤੇ ਬਸ ਹੁਣ ਉਹਨਾਂ ਨੇ ਨਹੀਂ ਮੁੜ ਕੇ ਆਉਣਾ ਹੈਗਾ। ਉਹਨਾਂ ਨੂੰ ਵਚਨ ਦੀਆਂ ਸਾਰੀਆਂ ਗੱਲਾਂ ਭੁੱਲ ਗਈਆਂ। ਉਹ ਆਪਸ ਵਿੱਚ ਇਹਨਾਂ ਗੱਲਾਂ ਬਾਰੇ ਗੱਲਾਂ ਬਾਤਾਂ ਕਰਦੇ ਜਾ ਰਹੇ ਨੇ, ਅਤੇ ਅਚਾਨਕ ਪ੍ਰਭੂ ਉਹਨਾਂ ਦੇ ਵਿੱਚ ਆ ਕੇ ਤੁਰਨ ਲੱਗ ਜਾਂਦੇ ਆ। ਇਮੈਜਨ ਜਦੋਂ ਅਸੀਂ 2 ਜਣੇ ਜਾਈਏ ਅਤੇ ਸਾਡੇ ਵਿੱਚ ਪ੍ਰਭੂ ਆ ਕੇ ਗੱਲਾਂ ਕਰਨ ਲੱਗ ਜਾਣ, ਸਾਡੇ ਨਾਲ ਕਿੰਨਾ ਵਧੀਆ ਲੱਗਦਾ। ਸੋ ਉਹ ਦੁੱਖ ਵਿੱਚ ਸੀਗੇ ਅਤੇ ਡਿਸਕਰੇਜ ਸੀਗੇ, ਹੋਪਲੈਸ ਸੀਗੇ, ਅਤੇ ਪ੍ਰਭੂ ਉਹਨਾਂ ਦੇ ਨਾਲ ਵਾਕ ਕਰਨ ਲੱਗੇ। ਅਤੇ ਪ੍ਰਭੂ ਨੇ ਮੈਨੂੰ ਰਿਮਾਇੰਡ ਕਰਾਇਆ ਜਦੋਂ ਮੈਂ ਇਹ ਕੱਲ੍ਹ ਵਚਨ ਤਿਆਰ ਕਰਦੀ ਸੀ। ਪ੍ਰਭੂ ਕਹਿੰਦੇ ਵੀ ਜਦੋਂ ਪਹਿਲਾਂ ਆਦਮ ਅਤੇ ਹਵਾ ਬਣਾਈ ਸੀ ਪ੍ਰਭੂ ਨੇ, ਪਰਮੇਸ਼ਰ ਨੇ, ਉਹਨਾਂ ਨਾਲ ਵੀ ਪ੍ਰਭੂ ਵਾਕ ਕਰਦੇ ਸੀ ਰੋਜ਼, ਜਦੋਂ ਤੱਕ ਉਹਨਾਂ ਨੇ ਆਗਿਆਕਾਰੀ ਨਹੀਂ ਕੀਤੀ ਸੀਗੀ। ਸੋ ਇੱਥੇ ਪ੍ਰਭੂ ਯਿਸੂ ਮਸੀਹ ਮੁਰਦਿਆਂ 'ਚ ਜਿੰਦਾ ਹੋਣ ਤੋਂ ਬਾਅਦ ਆਪਣੇ ਚੇਲਿਆਂ ਨਾਲ ਪਹਿਲੀ ਵਾਰ ਵਾਕ ਕਰਦੇ ਪਏ ਆ, ਸਾਡਾ ਮਸਾਇਆ ਯਿਸੂ ਮਸੀਹ। ਅਤੇ ਉਹ ਬਹੁਤ ਬੇਉਮੀਦੀ ਆ, ਡਿਸਕਰੇਜ ਆ,
ਉਹਨਾਂ ਨੇ ਈਵਨ ਜਿਹੜੀਆਂ ਔਰਤਾਂ ਹੈਗੀਆਂ ਉਹਨਾਂ ਤੇ ਵੀ ਨਹੀਂ ਬਿਲੀਵ ਕੀਤਾ। ਜਿੱਦਾਂ ਵਰਸ 22 ਦੇ ਵਿੱਚ ਲਿਖਿਆ ਕਿ ਸਾਡੇ ਵਿੱਚ ਕੁਝ ਔਰਤਾਂ ਨੇ ਸਾਨੂੰ ਹੈਰਾਨੀ ਵਿੱਚ ਪਾ ਦਿੱਤਾ, ਉਹ ਅੱਜ ਬਹੁਤ ਸਵੇਰੇ ਹੀ ਕਬਰ ਉੱਤੇ ਗਈਆਂ। ਸਾਨੂੰ ਹਿਸਟਰੀ ਦੇ ਵਿੱਚ ਪਤਾ ਕਿ ਜਦੋਂ ਅਸੀਂ ਉਸ ਸਮੇਂ ਦੇ ਵਿੱਚ ਜਾਣਦੇ ਹੈਗੇ ਹਾਂ, ਉਸ ਸਮੇਂ ਦੇ ਵਿੱਚ ਔਰਤਾਂ ਦੀ ਬਾਹਲੀ ਗਵਾਹੀ ਨੂੰ ਕੋਈ ਜਿੱਦਾਂ ਬਾਹਲਾ ਕਹਿ ਦਿੰਦੇ ਹਾਂ ਵੀ ਪਰਫੈਕਟ ਨਹੀਂ ਸਮਝਿਆ ਜਾਂਦਾ ਸੀ। ਬੰਦਿਆਂ ਨੂੰ ਜ਼ਿਆਦਾ ਉੱਚਾ ਚੱਕਿਆ ਜਾਂਦਾ ਸੀ, ਔਰਤਾਂ ਨੂੰ ਉਹ ਥੋੜ੍ਹਾ ਜਿਹਾ ਨੀਵਾਂ ਹੀ ਰੱਖਦੇ ਸੀਗੇ। ਫੈਰਿਸੀ ਸੀਗੇ ਜਿਹੜੇ ਜੀ ਉੱਥੋਂ ਦੇ, ਉਹਨਾਂ ਨੇ ਆਪਣੇ ਲਾ ਬਣਾਏ ਸੀ ਜਿੱਦਾਂ ਅਸੀਂ ਵਚਨ 'ਚ ਦੇਖਦੇ ਹਾਂ। ਇਸ ਕਰਕੇ ਉਹਨਾਂ ਨੇ ਉਹ ਔਰਤਾਂ ਦੀ ਜਿਹੜੀ ਗਵਾਹੀ ਸੀਗੀ ਉਹਨੂੰ ਮਤਲਬ ਉਹਨਾਂ ਨੇ ਐਵੇਂ ਹੀ ਸਮਝ ਲਿਆ। ਸੋ ਜਿੱਦਾਂ ਅਸੀਂ 24 ਦੇ ਵਿੱਚ ਜਿਹੜਾ 11ਵਾਂ ਵਰਸ ਆ ਉਹਦੇ ਵਿੱਚ ਅਸੀਂ ਪੜ੍ਹਦੇ ਹਾਂ ਇਸੇ ਲੂਕ 24 ਵਰਸ 11, ਪਰ ਚੇਲਿਆਂ ਨੂੰ ਔਰਤਾਂ ਦੀਆਂ ਗੱਲਾਂ ਵਿਅਰਥ ਲੱਗੀਆਂ, ਇਸ ਲਈ ਉਹਨਾਂ ਨੇ ਔਰਤਾਂ ਦਾ ਵਿਸ਼ਵਾਸ ਨਾ ਕੀਤਾ। ਪਰ ਅਸੀਂ ਦੇਖਦੇ ਹਾਂ ਕਿ ਉਹਨਾਂ ਔਰਤਾਂ ਕੋਲ 2 ਫਰਿਸ਼ਤੇ ਆਏ ਜਿਨ੍ਹਾਂ ਨੇ ਉਹਨਾਂ ਨੂੰ ਗੁੱਡ ਨਿਊਜ਼ ਦੱਸੀ ਕਿ ਹਾਂ ਤੁਸੀਂ ਇੱਥੇ ਜਿਉਂਦੇ ਨੂੰ ਮੁਰਦਿਆਂ ਵਿੱਚੋਂ ਕਿਉਂ ਲੱਭਦੀਆਂ ਪਈਆਂ। ਤੇ ਇੱਦਾਂ ਅਸੀਂ ਦੇਖਿਆ ਜਦੋਂ ਪ੍ਰਭੂ ਦਾ ਜਨਮ ਹੋਣਾ ਸੀ ਉਦੋਂ ਵੀ ਫਰਿਸ਼ਤਿਆਂ ਨੇ ਕਿੰਨਿਆਂ ਨੇ ਆ ਕੇ ਸਾਰਿਆਂ ਨੂੰ ਦੱਸਿਆ ਕਿ ਮਸੀਹਾ ਆਉਣ ਵਾਲਾ ਆ। ਸੋ ਅਸੀਂ ਇੱਥੇ ਕਲੋਪਾਸ ਦਾ ਨਾਂ ਦੇਖਦੇ ਹੈਗੇ ਕਿ ਕਲੋਪਾਸ ਇੱਕ ਵਿਟਨੈਸ ਵੀ ਹੈਗਾ ਕਿ ਜੇ ਕੋਈ ਬਿਲੀਵ ਨਾ ਕਰੇ ਭਾਈ ਜਾ ਕੇ ਕਲੋਪਾਸ ਨੂੰ ਪੁੱਛ ਲਓ, ਪ੍ਰਭੂ ਨੇ ਉਹਦੇ ਨਾਲ ਗੱਲ ਕੀਤੀ ਆ। ਸੋ ਇਹ ਵੀ ਸਾਡੇ ਲਈ ਇੱਕ ਬਹੁਤ ਵਧੀਆ ਹੈਗਾ ਕਿ ਅਸੀਂ ਕਹਿ ਸਕਦੇ ਵੀ ਹਾਂ ਕਲੋਪਾਸ ਇਜ਼ ਅ ਵਿਟਨੈਸ। ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਹੁੰਦੇ ਆ ਸਾਨੂੰ ਵੀ ਲੱਗਦਾ ਕਿ ਪ੍ਰਭੂ ਸਾਡੇ ਤੋਂ ਬਹੁਤ ਦੂਰ ਆ, ਸਾਡੀ ਆਵਾਜ਼ ਪ੍ਰਾਰਥਨਾ ਪਰਮੇਸ਼ਰ ਤੱਕ ਨਹੀਂ ਪਹੁੰਚਦੀ, ਸਾਨੂੰ ਉਹਦੀ ਪ੍ਰੈਜੈਂਸ ਨਹੀਂ ਮਹਿਸੂਸ ਹੁੰਦੀ ਹੈਗੀ। ਪ੍ਰਭੂ ਤਾਂ ਹਮੇਸ਼ਾ ਸਾਡੇ ਨਾਲ ਹੁੰਦੇ ਆ, ਪਰ ਜਿਹੜੇ ਦੁੱਖ ਹੁੰਦੇ ਆ, ਡਿਸਕਰੇਜਮੈਂਟ ਹੁੰਦੀ ਆ, ਉਹਨਾਂ ਕਰਕੇ ਸਾਨੂੰ ਲੱਗਦਾ ਹੈਗਾ ਕਿ ਹਾਂ ਪ੍ਰਭੂ ਸਾਡੇ ਨਾਲ ਨਹੀਂ ਹੈਗੇ। ਪਰ ਅਸੀਂ ਦੇਖ ਸਕਦੇ ਹਾਂ ਕਿ ਪ੍ਰਭੂ ਤਾਂ ਉਹ ਕਿੰਨੇ ਡਿਸਕਰੇਜ ਸੀਗੇ, ਪ੍ਰਭੂ ਉਹਨਾਂ ਦੇ ਨਾਲ ਆ ਕੇ ਵਾਕ ਕਰਨ ਲੱਗੇ। ਜਦੋਂ ਅਸੀਂ ਡਿਸਕਰੇਜ ਹੁੰਦੇ ਹਾਂ ਪ੍ਰਭੂ ਹਮੇਸ਼ਾ ਸਾਡੇ ਨਾਲ ਹੁੰਦੇ ਆ, ਸਾਡੇ ਨਾਲ ਖੜੇ ਹੁੰਦੇ ਆ, ਹੁਣ ਵੀ ਮੇਰੇ ਨਾਲ ਖੜੇ ਆ। ਆਮੇਨ। ਸੋ ਉਹ ਇਹ ਵੀ ਕਹਿੰਦੇ ਸੀਗੇ ਕਿ ਉਹਨਾਂ ਨੇ ਕਿਉਂ ਗਿਆ ਕਿ ਉਹ ਨਵੀਂ ਸੀ, ਪਹਿਲਾਂ ਤਾਂ ਉਹਨਾਂ ਨੇ ਸਾਰਾ ਕੁਝ ਦੇਖਿਆ ਵੀ ਹਾਂ ਹੁਣ ਇੱਥੇ ਉਹ ਕਿਉਂ ਕਹਿੰਦੇ ਪਏ ਆ। ਪ੍ਰਭੂ ਯਿਸੂ ਨੂੰ ਹੀ ਦੱਸਦੇ ਪਏ ਨੇ ਕਿ ਉਹ ਤਾਂ ਇੱਕ ਨਵੀਂ ਸੀਗਾ, ਸ਼ਕਤੀਮਾਨ ਨਵੀਂ ਸੀਗਾ। ਉਹਨੂੰ ਲੋਕਾਂ ਨੇ ਸੂਲੀ ਤੇ ਜਿਹੜੇ ਧਰਮ ਗ੍ਰੰਥੀ ਸੀਗੇ ਫਰੀਸੀ, ਉਹਨਾਂ ਨੇ ਸੂਲੀ ਤੇ ਚੜਾ ਕੇ ਉਹਨੂੰ ਮਾਰ ਦਿੱਤਾ। ਹਾਂ ਉਹਨਾਂ ਨੂੰ ਇਹ ਸੀਗਾ ਕਿ ਉਹ ਇੱਕ ਅਰਥਲੀ ਉਹਨਾਂ ਨੂੰ ਮੰਨਦੇ ਸੀਗੇ, ਸਮਝਦੇ ਸੀਗੇ ਕਿ ਉਹ ਇੱਕ ਅਰਥਲੀ ਜਿਹੜਾ ਆਪਣਾ ਰਾਜ ਉਹ ਕਾਇਮ ਕਰਨ ਆਏ ਨੇ। ਹਾਂ ਪ੍ਰਭੂ ਆਪਣਾ ਜਿਹੜਾ ਅਰਥਲੀ ਰਾਜ ਵੀ ਕਾਇਮ ਕਰਨ ਆਉਣਗੇ, ਵਚਨ ਵਿੱਚ ਸਾਨੂੰ ਦੱਸਿਆ ਉਹਨਾਂ ਦਾ ਰਾਜ ਹੋਊਗਾ। ਪਰ ਜਿਹੜੀ ਫਸਟ ਕਮਿੰਗ ਸੀਗੀ ਉਹ ਸਾਡੇ ਪਾਪਾਂ ਕਰਕੇ ਸੀ, ਕਿਉਂਕਿ ਅਸੀਂ ਸਾਰੇ ਪਾਪੀ ਹਾਂ। ਜਿੱਦਾਂ ਸਾਡੀ ਪਹਿਲੇ ਆਦਮ ਤੇ ਹਵਾ ਨੇ ਪਾਪ ਕੀਤਾ, ਅਸੀਂ ਉਹਦੇ ਹੀ ਸੰਤਾਨ ਆ ਤੇ ਅਸੀਂ ਸਭ ਨੇ ਪਾਪ ਕੀਤਾ ਤੇ ਸਾਡੇ ਪਾਪਾਂ ਦੀ ਖਾਤਰ ਪ੍ਰਭੂ ਆਏ ਤੇ ਸਾਨੂੰ ਉਹਨਾਂ ਨੇ ਆਪਣੀ ਜਾਨ ਦਿੱਤੀ। ਪਰ ਜਦੋਂ ਉਹਨਾਂ ਦਾ ਸੈਕਿੰਡ ਕਮਿੰਗ ਹੈਗਾ ਉਦੋਂ ਉਹ ਆਪਣਾ ਇੱਥੋਂ ਦਾ ਰਾਜ ਕਾਇਮ ਕਰਨਗੇ। ਹਾਲੇਲੂਇਆ। ਸੋ ਸੈਕਿੰਡ ਹੈਗਾ ਵਾ knowing the prophecies of scriptures, believing the prophecy of scriptures। ਸੋ ਵਰਸ 25-30 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਪ੍ਰਭੂ ਯਿਸੂ ਮਸੀਹ ਜਦੋਂ ਉਹ ਸਾਰਾ ਕੁਝ ਉਹਨਾਂ ਨੂੰ ਦੱਸ ਪ੍ਰਭੂ ਰਾਮ ਚੁੱਪ ਕਰਕੇ ਸੌਂਦੇ ਪਏ ਆ, ਉਹਨਾਂ ਨੂੰ ਜੋ ਵੀ ਉਹ ਗੱਲਾਂ ਕਰਦੇ ਪਏ ਨੇ ਤੇ ਫਿਰ ਪ੍ਰਭੂ ਉਹਨਾਂ ਨੂੰ ਝਿੜਕਦੇ ਆ। ਵਰਸ 25 ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਝਿੜਕਦੇ ਹਨ। ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਹਿੰਦੇ ਹਾਊ ਫੂਲਿਸ਼ ਯੂ ਆਰ। ਪ੍ਰਭੂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਨਵੀਆਂ ਦੇ ਗੱਲਾਂ ਤੇ ਤਾਂ ਵਿਸ਼ਵਾਸ ਕਰਦੇ ਆ, ਨਵੀਆਂ ਦੇ ਗੱਲਾਂ ਤੇ ਵਿਸ਼ਵਾਸ ਕਰਨ ਵਿੱਚ ਤੁਸੀਂ ਕਿੰਨੇ ਢਿੱਲੇ ਹੋ। ਸੋ ਪ੍ਰਭੂ ਨੇ ਉਹਨਾਂ ਨੂੰ ਯਾਦ ਕਰਾਇਆ, ਜਿਵੇਂ ਪ੍ਰਭੂ ਨੇ ਉਹਨਾਂ ਨੂੰ ਯਹੂਨਾ 5:39 ਦੇ ਵਿੱਚ ਵੀ ਕਿਹਾ ਸੀ, ਤੁਸੀਂ ਧਰਮ ਗ੍ਰੰਥਾਂ ਨੂੰ ਪੜ੍ਹਦੇ ਹੋ ਕਿਉਂਕਿ ਤੁਸੀਂ ਸੋਚਦੇ ਹੋ ਕਿ ਉਹਨਾਂ ਦੇ ਰਾਹੀਂ ਤੁਹਾਨੂੰ ਅਨੰਤ ਜੀਵਨ ਪ੍ਰਾਪਤ ਹੋਵੇਗਾ, ਪਰ ਉਹ ਵੀ ਤਾਂ ਮੇਰੇ ਸੰਬੰਧ ਵਿੱਚ ਹੀ ਗਵਾਹੀ ਦਿੰਦੇ ਹਨ। ਥੈਂਕ ਯੂ ਲੋਰਡ। ਸੋ ਪ੍ਰਭੂ ਨੇ ਫਿਰ 26 ਦੇ ਵਿੱਚ ਕਿਹਾ ਕਿ ਮਸੀਹ ਲਈ ਇਹ ਜ਼ਰੂਰੀ ਨਹੀਂ ਕਿ ਉਹ ਦੁੱਖ ਝੱਲੇ ਅਤੇ ਇਸੇ ਤਰ੍ਹਾਂ ਆਪਣੀ ਮਹਿਮਾ ਪ੍ਰਾਪਤ ਕਰੇ। ਸੋ ਪ੍ਰਭੂ ਯਿਸੂ ਕਹਿੰਦੇ ਕਿ ਉਹਨੂੰ ਫਿਰ ਯਾਦ ਕਰਾਉਂਦੇ ਆ ਕਿ ਤੁਸੀਂ ਤੁਸੀਂ ਓਲਡ ਟੈਸਟਮੈਂਟ ਵਿੱਚ ਪੜ੍ਹਿਆ ਨਹੀਂ ਜਿਹੜੀਆਂ ਮੇਰੇ ਵਾਸਤੇ ਭਵਿੱਖਬਾਣੀਆਂ ਹੋਈਆਂ ਕਿ ਮਸੀਹਾ ਆਊਗਾ। ਅਸੀਂ ਉਹਨਾਂ ਨੇ ਦੱਸਿਆ ਹੋਣਾ ਆਇਜ਼ਿਆ ਦੇ ਵਿੱਚ, ਉਹਨਾਂ ਨੇ 22 ਸਾਮ ਵੀ ਦੱਸਿਆ ਹੋਣਾ ਕਿ ਇਹਦੇ ਵਿੱਚ ਮਸੀਹਾ ਆਊਗਾ, ਉਹ ਦੁੱਖ ਝੱਲੂਗਾ, ਸਾਡੇ ਪਾਪਾਂ ਦੀ ਖਾਤਰ ਸਲੀਬ ਤੇ ਜਾਊਗਾ ਤੇ ਸਾਨੂੰ ਨਵੀਂ ਜ਼ਿੰਦਗੀ ਦਊਗਾ। ਸੋ ਪ੍ਰਭੂ ਨੇ ਉਹਨਾਂ ਨੂੰ ਇਹ ਐਕਸਪਲੇਨ ਕੀਤਾ ਹੋਣਾ। ਫਿਰ ਉਹਨਾਂ ਨੇ 27 ਦੇ ਵਿੱਚ ਕਿਹਾ ਯਿਸੂ ਨੇ ਮੂਸਾ ਅਤੇ ਨਵੀਆਂ ਦੀਆਂ ਪੁਸਤਕਾਂ ਤੋਂ ਸ਼ੁਰੂ ਕਰਕੇ ਧਰਮ ਗ੍ਰੰਥ ਦੀਆਂ ਸਾਰੀਆਂ ਪੁਸਤਕਾਂ ਵਿੱਚੋਂ ਜੋ ਜੋ ਉਸ ਬਾਰੇ ਲਿਖਿਆ ਸੀ ਉਹਨਾਂ ਨੂੰ ਸਮਝਾਇਆ। ਸੋ
ਪ੍ਰਭੂ ਨੇ ਉਹਨਾਂ ਨੂੰ ਝਿੜਕਿਆ ਕਿਉਂਕਿ ਉਹ ਹੋਪਲੈਸ ਸੀਗੇ ਬਚਨਾਂ ਨੂੰ ਸਮਝਣ ਦੇ ਵਿੱਚ। ਸਾਰੇ ਮਸੀਹਾਂ ਨੂੰ ਇਹੀ ਸਮਝਦੇ ਸੀ ਕਿ ਉਹ ਪੋਲੀਟੀਕਲ ਲੀਡਰ ਆ, ਰੋਮਨ ਦਾ ਰਾਜ ਖਤਮ ਕਰੇਗਾ, ਅਰਥੀ ਰਾਜ ਕਾਇਮ ਕਰੇਗਾ, ਯਹੂਦੀ ਸਾਰੇ ਦੁਨੀਆ 'ਤੇ ਰਾਜ ਕਰਨਗੇ। ਉਹ ਕੰਪਲੀਟਲੀ ਰੋਂਗ ਸੀਗੇ। ਅਗੇਨ ਜਿਹੜਾ ਪਹਿਲਾ ਕਮਿੰਗ ਸੀਗਾ ਉਹ ਅਸੀਂ ਦੇਖਦੇ ਹਾਂ ਕਿ ਪ੍ਰਭੂ ਨੇ ਇੱਕ ਸਾਡੇ ਲਈ ਇੱਕ ਪਰਮੇਸ਼ਰ ਨੇ ਬਲੀ ਦਾ ਇੰਤਜ਼ਾਮ ਕੀਤਾ। ਪ੍ਰਭੂ ਯਿਸੂ ਮਸੀਹ ਬਰਾ ਬਣ ਕੇ ਸਾਡੇ ਪਾਪਾਂ ਦੀ ਖਾਤਰ ਉਹਨਾਂ ਨੇ ਸਲੀਬ ਲਈ। ਸੋ ਜਿਵੇਂ ਹੁਣ ਪ੍ਰਭੂ ਯਿਸੂ ਮਸੀਹ ਨੇ ਸਲੀਬ ਲਈ, ਪ੍ਰਭੂ ਯਿਸੂ ਮਸੀਹ ਨੇ ਇੰਨੇ ਦੁੱਖ ਝੱਲੇ, ਸੋ ਤੁਹਾਨੂੰ ਕੀ ਲੱਗਦਾ ਵੀ ਸਾਡੀ ਲਾਈਫ ਇੰਨੀ ਈਜ਼ੀ ਆ? ਸਾਨੂੰ ਵੀ ਤਾਂ ਲੋਕ ਯਿਸੂ ਮਸੀਹ ਦੇ ਨਾਂ ਖਾਤਰ ਸਾਨੂੰ ਕਿੰਨੀ ਨਫ਼ਰਤ ਕਰਦੇ ਆ। ਹੋਰ ਭਾਵੇਂ ਜਿੱਥੇ ਮਰਜ਼ੀ ਜਾਵੜੀਏ ਅਸੀਂ। ਮੇਰੇ ਵਰਗੀ ਮੰਦਰ ਨੂੰ ਨਹੀਂ ਛੱਡਿਆ ਸੀ ਕਿਤੇ, ਕਿ ਮੈਂ ਪਤਾ ਨਹੀਂ ਕਿੱਥੇ ਕਿੱਥੇ ਜਾਂਦੀ ਸੀਗੀ। ਮੈਂ ਸਿੱਖ ਵੀ ਸੀਗੀ, ਮੈਂ ਪਾਠ ਵੀ ਕਰਦੀ ਸੀਗੀ, ਪਰ ਮੈਂ ਆਪਣੀ ਸਿੱਖ ਦੇ ਨਾਲ ਵੀ ਵਫਾਦਾਰ ਨਹੀਂ ਸੀਗੀ ਕਿਉਂਕਿ ਮੈਂ ਹੋਰ ਪਾਸਿਆਂ ਦੀ ਬਹੁਤ ਤੁਰੀ ਫਿਰਦੀ ਸੀਗੀ, ਇਸ ਪੰਡਤ ਕੋ ਜਾਵੜੀ, ਉਸ ਕੋ ਜਾਵੜੀ। ਸੋ ਪ੍ਰਭੂ ਇਸ ਕਰਕੇ ਪ੍ਰਭੂ ਨੇ ਸਾਨੂੰ ਇਹਨਾਂ ਚੀਜ਼ਾਂ 'ਚੋਂ ਕੱਢਿਆ। ਸਾਨੂੰ ਪਤਾ ਸੀ ਕਿ ਪ੍ਰਭੂ ਸਾਡੀ ਬਲੀ ਸਾਡੇ ਖਾਤਰ ਬਲੀ ਬਣ ਕੇ ਆਏ ਅਤੇ ਸਾਡੇ ਖਾਤਰ ਉਹਨਾਂ ਨੇ ਦੁੱਖ ਝੱਲੇ। ਸੋ ਜੇ ਹੁਣ ਅਸੀਂ ਵੀ ਦੁੱਖ ਝੱਲਦੇ ਹੈਗੇ ਹਾਂ ਤਾਂ ਫਿਰ ਸਾਨੂੰ ਜਦੋਂ ਅਸੀਂ ਇੱਦਾਂ ਦੀ ਸਿਚੁਏਸ਼ਨ 'ਚ ਹੁੰਦੇ ਹਾਂ, ਸਾਡੇ ਕਿਉਂਕਿ ਅਸੀਂ ਇੱਦਾਂ ਦੀ ਫਾਲਨ ਵਰਲਡ ਦੇ ਵਿੱਚ ਰਹਿੰਦੇ, ਅਸੀਂ ਪਾਪੀ ਦੁਨੀਆ ਦੇ ਵਿੱਚ ਰਹਿੰਦੇ ਕਿਉਂਕਿ ਇੱਥੇ ਪਾਪ ਬਹੁਤ ਆ। ਸੋ ਅਸੀਂ ਸਾਡੇ ਲਈ ਵੀ ਇਹ ਪ੍ਰਭੂ ਦੇ ਪਿੱਛੇ ਚੱਲਣਾ ਕੋਈ ਈਜ਼ੀ ਨਹੀਂ ਹੈਗਾ। ਪਰ ਪ੍ਰਭੂ ਨੇ ਫਿਰ ਵਾਅਦਾ ਕੀਤਾ ਕਿ ਮੈਂ ਤੁਹਾਨੂੰ ਆਪਣਾ ਦੂਜਾ ਮਦਦਗਾਰ ਦਿੱਤਾ ਹੋਇਆ ਜਿਹੜਾ ਸਾਡੀ ਪ੍ਰਭੂ ਦੇ ਪਿੱਛੇ ਚੱਲਣ ਵਿੱਚ ਮਦਦ ਕਰਦਾ। ਫਿਰ ਜਦੋਂ ਵੀ ਕੋਈ ਅਸੀਂ ਇੱਦਾਂ ਦੀ ਸਿਚੁਏਸ਼ਨ ਹੁੰਦੀ ਆ, ਸਾਨੂੰ ਮਸੀਹ ਦੇ ਨੇੜੇ ਕਰਦੀਆਂ। ਜਦੋਂ ਵੀ ਅਸੀਂ ਕੋਈ ਦੁੱਖ ਆਉਂਦੇ ਆ, ਤਕਲੀਫਾਂ ਆਉਂਦੀਆਂ, ਸਾਨੂੰ ਵਚਨ ਦੇ ਵਿੱਚ ਜਾਣਾ ਚਾਹੀਦਾ। ਵਚਨ ਨੂੰ ਪਵਿੱਤਰ ਆਤਮਾ ਦੁਆਰਾ ਵਚਨ ਨੂੰ ਪੜ੍ਹਨਾ, ਵਿਸ਼ਵਾਸ ਕਰਨਾ, ਉਸ 'ਤੇ ਮੈਡੀਟੇਟ ਕਰਨਾ। ਸੋ ਪ੍ਰਭੂ ਨੇ ਉਹਨਾਂ ਨੂੰ ਮੂਸਾ ਵਰਸ 27 ਵਿੱਚ ਮੂਸਾ ਤੇ ਨਬੀਆਂ ਦੀਆਂ ਪੁਸਤਕਾਂ ਤੋਂ ਸ਼ੁਰੂ ਕਰਕੇ ਸਾਰੀਆਂ ਉਹਨਾਂ ਨੂੰ ਦੱਸੀਆਂ ਵੀ ਮੇਰੇ ਬਾਰੇ ਵਚਨ ਦੇ ਵਿੱਚ ਕੀ ਲਿਖਿਆ ਹੋਇਆ। ਉਹਨਾਂ ਨੂੰ ਦੁਬਾਰਾ ਰਿਮਾਈਂਡ ਕਰਵਾਇਆ। ਅਸੀਂ ਦੂਸਰੇ ਸ਼ਬਦਾਂ ਵਿੱਚ ਕਹਿ ਸਕਦੇ ਕਿ ਆਪਣਾ ਆਪ ਉਹਨਾਂ 'ਤੇ ਰਿਵੀਲ ਕਰਨ ਤੋਂ ਪਹਿਲਾਂ ਉਹ ਕਹਿ ਵੀ ਸਕਦੇ ਸੀ, ਜਦੋਂ ਉਹ ਤੁਰਨ ਲੱਗੇ ਕਹਿ ਵੀ ਸਕਦੇ ਸੀ, ਕਹਿੰਦੇ ਸੀਗੇ ਭਾਈ ਮੈਂ ਹੀ ਹਾਂ, ਤੁਹਾਡੇ ਨਾਲ ਤੁਰਿਆ ਜਾਂਦਾ ਨਾ। ਉਹਨਾਂ ਨੇ ਨਹੀਂ ਰਿਵੀਲ ਕੀਤਾ। ਉਹਨਾਂ ਨੇ ਕੀ ਕੀਤਾ? ਪਹਿਲਾਂ ਪ੍ਰਭੂ ਨੇ ਸਾਰਾ ਕੁਛ ਆਪਣਾ ਵਚਨਾਂ ਦੇ ਵਿੱਚ ਦਿਖਾਇਆ ਕਿ ਆਹ ਵਚਨ ਮੇਰੇ ਬਾਰੇ ਆਹ ਕਹਿੰਦਾ ਹੈਗਾ। ਸੋ ਪ੍ਰਭੂ ਕਹਿੰਦਾ ਕਿ ਜਦੋਂ ਅਸੀਂ ਪਰਮੇਸ਼ਰ ਕਹਿੰਦਾ ਕਿ ਜਦੋਂ ਅਸੀਂ ਪਰਮੇਸ਼ਰ ਨੂੰ ਨਹੀਂ ਦੇਖ ਸਕਦੇ ਤਾਂ ਅਸੀਂ ਆਪਣੇ ਹੜ ਤੇ ਰਾਹੀਂ ਪਰਮੇਸ਼ਰ ਦੇ ਵਚਨ ਵਿੱਚੋਂ ਉਸ ਨੂੰ ਦੇਖ ਸਕਦੇ ਹਾਂ ਕਿ ਅਸੀਂ ਪਾਪੀ ਹਾਂ, ਉਹ ਸਾਨੂੰ ਬਚਾਉਣ ਦੇ ਲਈ ਆ, ਸਾਡਾ ਸੇਵੀਅਰ ਆ। ਫਿਰ ਪ੍ਰਭੂ ਨੇ ਉਹਨਾਂ ਨੂੰ ਅਸੀਂ ਜਦੋਂ ਦੇਖਦੇ ਹੈਗੇ ਹਾਂ ਉਤਪਤ ਦੇ ਵਿੱਚ ਦੇਖਦੇ ਹਾਂ, ਉਤਪਤ ਦੇ ਵਿੱਚ ਕੀ ਹੋਇਆ? ਅਵਗਿਆਕਾਰੀ ਹੋਈ, ਫਾਲ ਹੋਇਆ। ਤੇ ਪਰ ਪਰਮੇਸ਼ਰ ਨੇ ਵਾਅਦਾ ਕੀਤਾ ਕਿ ਇੱਕ ਸੇਵੀਅਰ ਆਊਗਾ ਜਿਹੜਾ ਸ਼ੈਤਾਨ ਦਾ ਸਿਰ ਮਿੱਧੂਗਾ। ਫਿਰ ਅਸੀਂ ਨੂਹ ਦੀ ਬੇੜੀ ਤੋਂ ਕੀ ਸਿੱਖਦੇ ਹੈਗੇ ਕਿ ਕਿੱਦਾਂ ਲੋਕਾਂ ਨੇ ਪਰਮੇਸ਼ਰ ਦੀ ਅਵਗਿਆਕਾਰੀ ਕੀਤੀ, ਲੋਕ ਬਚ ਗਏ ਕਿਉਂਕਿ ਪ੍ਰਭੂ ਦੀ ਆਗਿਆ ਮੰਨ ਕੇ ਉਸ ਬੇੜੀ ਦੇ ਵਿੱਚ ਚੜ੍ਹ ਕੇ। ਤੇ ਇਸੇ ਤਰ੍ਹਾਂ ਅਸੀਂ ਦੇਖਦੇ ਹੈਗੇ ਹਾਂ ਕਿ ਮਸੀਹ ਸਾਡੇ ਲਈ ਸਲੀਬ ਤੇ ਗਏ, ਸਾਡੀ ਜਗ੍ਹਾ ਤੇ ਉਹ ਮਰੇ। ਸੋ ਅਸੀਂ ਅਬਰਾਹਮ ਦੇ ਵਿਸ਼ਵਾਸ ਤੋਂ ਕੀ ਸਿੱਖਦੇ ਹੈਗੇ ਹਾਂ ਕਿ ਉਹਨੇ ਆਪਣੇ ਵਿਸ਼ਵਾਸ ਕਾਰਨ ਪਰਮੇਸ਼ਰ ਦੇ ਸਾਹਮਣੇ ਉਚਿਤ ਠਹਿਰਾਇਆ। ਇਸਹਾਕ ਬਾਰੇ ਅਸੀਂ ਕੀ ਦੇਖਦੇ ਹਾਂ? ਇਸਹਾਕ ਆਪਣੀ ਬਲੀ ਚੱਕ ਕੇ, ਆਪਣੀ ਬਲੀ ਦੀਆਂ ਲੱਕੜੀਆਂ ਚੱਕ ਕੇ ਪਹਾੜ ਤੇ ਤੁਰਿਆ ਜਾਂਦਾ। ਤੇ ਅਸੀਂ ਮਸੀਹ ਸਾਨੂੰ ਕੀ ਵਚਨ ਯਾਦ ਕਰਾਉਂਦਾ ਕਿ ਪ੍ਰਭੂ ਯਿਸੂ ਮਸੀਹ ਆਪਣੀ ਸਲੀਬ ਚੱਕ ਕੇ ਪਹਾੜ ਤੇ ਸਾਡੇ ਲਈ ਉਹਨਾਂ ਨੇ ਸਾਡੇ ਪਾਪਾਂ ਦੀ ਖਾਤਰ ਉਹਨਾਂ ਨੇ ਆਪਣੀ ਬਲੀ ਦਿੱਤੀ। ਆਪਣੀ ਕ੍ਰੋਸ ਚੱਕ ਕੇ ਅਸੀਂ ਦੇਖਿਆ ਕਿ ਉਹ ਪਹਾੜ ਤੇ ਤੁਰੇ ਜਾਂਦੇ ਆ। ਯੂਸਫ ਬਾਰੇ ਅਸੀਂ ਕੀ ਦੇਖਦੇ ਹਾਂ? ਯੂਸਫ ਦੇ 11 ਭਰਾਵਾਂ ਨੇ ਉਹਨਾਂ ਨੂੰ ਧੋਖਾ ਦਿੱਤਾ, ਵੇਚ ਦਿੱਤਾ। ਪ੍ਰਭੂ ਯਿਸੂ ਮਸੀਹ ਦੇ ਵੀ ਚੇਲਿਆਂ ਨੇ ਉਹਨਾਂ ਨੂੰ ਧੋਖਾ ਦਿੱਤਾ ਸੀ। ਮੂਸਾ ਬਾਰੇ ਦੇਖਦੇ ਹਾਂ ਅਸੀਂ, ਮੂਸਾ ਆਲਮੋਸਟ ਜਿਹੜਾ ਰਾਜਾ ਫਿਰੌਨ ਸੀ ਉਹਨੂੰ ਰਾਜਾ ਫਿਰੌਨ ਨੇ ਉਹਨੂੰ ਕਤਲ ਕਰਨਾ ਚਾਹਿਆ। ਤੇ ਮਸੀਹ ਦੇ ਜਨਮ ਸਮੇਂ ਵੀ ਅਸੀਂ ਦੇਖਦੇ ਹਾਂ ਕਿ ਹੈਰੋਦੇਸ ਨੇ ਉਹਨੂੰ ਕਤਲ ਕਰਨਾ ਚਾਹਿਆ। ਲੇਵੀਆਂ ਵਿੱਚ ਅਸੀਂ ਦੇਖਦੇ ਹਾਂ ਕਿ ਕਿੱਦਾਂ ਜਾਨਵਰਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਸੀ, ਉਹ ਸਿਰਫ ਟੈਂਪਰੇਰੀ ਹੁੰਦੀਆਂ ਸੀਗੀਆਂ। ਤੇ ਸਾਡੇ ਪ੍ਰਭੂ ਯਿਸੂ ਮਸੀਹ ਬਾਰੇ ਦੇਖਦੇ ਹਾਂ ਕਿ ਉਹ ਇੱਕ ਪਵਿੱਤਰ ਬਲੀ ਬਣੇ। ਸੈਮਸਨ ਬਾਰੇ ਦੇਖਦੇ ਹਾਂ ਕਿ ਉਹਨੇ ਆਪਣੀ ਜਾਨ ਦਿੱਤੀ ਤੇ ਲੋਕਾਂ ਨੂੰ ਬਚਾਉਣ ਲਈ। ਯਿਸੂ ਮਸੀਹ ਨੇ ਸਾਨੂੰ ਬਚਾਉਣ ਲਈ ਆਪਣੀ ਜਾਨ ਦਿੱਤੀ। ਅਸੀਂ ਰਾਜਾ ਦਾਊਦ ਬਾਰੇ ਦੇਖਦੇ ਹਾਂ, ਹੀ ਵਾਜ਼ ਅ ਕਿੰਗ ਬਟ ਹੀ ਵਾਜ਼ ਅ ਪਰਫੈਕਟ ਕਿੰਗ। ਤੇ ਯਿਸੂ ਮਸੀਹ ਸਾਡੇ ਪਰਫੈਕਟ ਕਿੰਗ ਨੇ ਜਿਨ੍ਹਾਂ ਨੇ ਸਾਨੂੰ ਬਚਾਉਣ ਲਈ ਆਪਣੀ ਜਾਨ ਦਿੱਤੀ ਤੇ ਉਹ ਇੱਕ ਦੁਬਾਰਾ ਫਿਰ ਰਾਜਾ ਬਣ ਕੇ ਸਾਨੂੰ ਲੈਣ ਆਉਣਗੇ। ਸੋ ਇੱਦਾਂ ਅਸੀਂ ਬਚਨ ਦੇ ਵਿੱਚੋਂ ਬਹੁਤ ਕੁਛ ਦੇਖਦੇ ਹਾਂ। ਸਾਮ ਦੇਖਦੇ ਹਾਂ, ਆਇਜ਼ਿਆ ਸਪੈਸ਼ਲੀ ਦੇਖਦੇ ਹਾਂ ਜਿਹਦੇ ਵਿੱਚ ਸਾਨੂੰ ਪਤਾ ਲੱਗਦਾ ਭਵਿੱਖਬਾਣੀਆਂ ਹੋਈਆਂ। ਸੋ ਇਹ ਭਵਿੱਖਬਾਣੀਆਂ ਪ੍ਰਭੂ ਯਿਸੂ ਮਸੀਹ ਨੇ ਪੂਰੀਆਂ ਕੀਤੀਆਂ। ਸੋ ਜਦੋਂ ਸਾਨੂੰ ਪਰਮੇਸ਼ਰ ਦੀ ਹਜ਼ੂਰੀ ਮਹਿਸੂਸ ਨਹੀਂ ਹੁੰਦੀ,
ਗੋ ਟੂ ਯਰ ਬਾਈਬਲ। ਜਦੋਂ ਸਾਨੂੰ ਲੱਗਦਾ ਕਿ ਪਰਮੇਸ਼ਰ ਸਾਡੇ ਨਾਲ ਗੱਲ ਨਹੀਂ ਕਰਦੇ, ਗੋ ਟੂ ਯਰ ਬਾਈਬਲ। ਉਹ ਵਚਨ ਰਾਹੀਂ ਗੱਲ ਕਰਦੇ ਆ। ਉਹਨੇ ਆਪਣੇ ਬੇਟੇ ਯਿਸੂ ਮਸੀਹ ਰਾਹੀਂ ਸਾਡੇ ਨਾਲ ਗੱਲ ਕੀਤੀ। ਅਸੀਂ ਪ੍ਰਭੂ ਯਿਸੂ ਮਸੀਹ ਨੂੰ ਮੁਰਦਿਆਂ ਵਿੱਚ ਜਿੱਦਾਂ ਹੋਣ ਤੋਂ ਬਾਅਦ ਆਪਣੇ ਚੇਲਿਆਂ ਨੂੰ ਦੇਖਿਆ ਕਿ ਪ੍ਰਭੂ ਯਿਸੂ ਮਸੀਹ ਨੇ ਜਦੋਂ ਉਹਨਾਂ ਨੂੰ ਪਹਿਲੀ ਬਾਈਬਲ ਸਟੱਡੀ ਦਿੱਤੀ, ਜਦੋਂ ਪ੍ਰਭੂ ਯਿਸੂ ਮਸੀਹ ਮੁਰਦਿਆਂ ਤੋਂ ਜਿੰਦਾ ਹੁੰਦੇ ਆ। ਤੇ ਵਚਨ ਦੇ ਵਿੱਚ ਵੀ ਲਿਖਿਆ ਇਬਰਾਨੀਆਂ 'ਚ ਕਿ ਪਰਮੇਸ਼ਰ ਦਾ ਵਚਨ ਜਿਉਂਦਾ ਤੇ ਕਿਰਿਆਸ਼ੀਲ ਆ। ਇਸ ਵਚਨ ਦੇ ਰਾਹੀਂ ਉਹਨਾਂ ਨੂੰ ਰੀਅਲਾਈਜ਼ ਹੋਣ ਲੱਗ ਗਿਆ ਹੋਣਾ ਵੀ ਕਿ ਹਾਂ ਅਸੀਂ ਇਹ ਗੱਲਾਂ ਭੁੱਲ ਗਏ ਸੀਗੇ ਤੇ ਸਾਨੂੰ ਪ੍ਰਭੂ ਨੇ ਇਹ ਸਾਰੀਆਂ ਗੱਲਾਂ ਯਾਦ ਕਰਾਈਆਂ। ਫਿਰ ਜਦੋਂ ਇਹ ਸਾਰਾ ਕੁਛ ਪ੍ਰਭੂ ਨੇ ਉਹਨਾਂ ਨੂੰ ਦਿਖਾਇਆ ਹੋਣਾ ਵਚਨ ਦੇ ਵਿੱਚ, ਪਰ ਫਿਰ ਵੀ ਪ੍ਰਭੂ ਨੇ ਰਿਵੀਲ ਨਹੀਂ ਆਪਣਾ ਆਪ ਉਹਨਾਂ ਤੇ ਕੀਤਾ। ਫਿਰ ਉਹ ਜਿਹੜੇ ਪਿੰਡ ਸੀਗੇ, ਹੋ ਸਕਦਾ ਕਿਲੋਪਾਸ ਦਾ ਪਿੰਡ ਹੋਵੇ, ਉੱਥੇ ਪਹੁੰਚ ਗਏ, ਪਰ ਫਿਰ ਵੀ ਉਹ ਪ੍ਰਭੂ ਚਾਹੁੰਦੇ ਸੀਗੇ ਤੇ ਉਹ ਉਹਨਾਂ ਨੂੰ ਇਨਵਾਈਟ ਕਰਨ। ਸੋ ਇੱਥੇ ਪ੍ਰਭੂ ਨੇ ਪ੍ਰਭੂ ਦਿਖਾਉਂਦੇ ਕਿ ਉਹ ਅੱਗੇ ਜਾ ਰਹੇ ਨੇ, ਪਰ ਹਨੇਰਾ ਹੋਣ ਵਾਲਾ ਸੀ ਤਾਂ ਉਹਨਾਂ ਨੇ ਪ੍ਰਭੂ ਨੂੰ ਇਨਵਾਈਟ ਕੀਤਾ। ਤੇ ਅਸੀਂ ਸਿੱਖਦੇ ਕਿ ਸਾਨੂੰ ਵੀ ਹਮੇਸ਼ਾ ਪ੍ਰਭੂ ਨੂੰ ਆਪਣੀ ਹਰ ਇੱਕ ਗੱਲ ਦੇ ਵਿੱਚ ਇਨਵਾਈਟ ਕਰਨਾ ਚਾਹੀਦਾ। ਸੋ ਫਿਰ ਜਦੋਂ ਉਹਨਾਂ ਨੇ ਇਕੱਠਿਆਂ ਨੇ ਬੈਠ ਕੇ ਪਹਿਲਾ ਪ੍ਰਭੂ ਭੋਜ ਕੀਤਾ ਪ੍ਰਭੂ ਦੀ ਰੈਜ਼ਰੈਕਸ਼ਨ ਤੋਂ ਬਾਅਦ, ਤੇ ਜਦੋਂ ਉਹਨਾਂ ਨੇ ਪ੍ਰਾਰਥਨਾ ਕੀਤੀ, ਉਹ ਯੂਜ਼ਲੀ ਜਿਨ੍ਹਾਂ ਦੇ ਘਰ ਜਾਂਦੇ ਹੁੰਦੇ ਆ ਉਹੀ ਹੋਸਟ ਹੁੰਦੇ ਆ, ਪਰ ਇੱਥੇ ਉਹ ਪ੍ਰਭੂ ਯਿਸੂ ਆਪ ਹੋਸਟ ਹੋਏ। ਉਹਨਾਂ ਨੇ ਪ੍ਰੇਅਰ ਕੀਤੀ, ਵਚਨ ਦੇ ਰੋਟੀ ਦੇ ਲਈ ਪ੍ਰਾਰਥਨਾ ਕੀਤੀ। ਤੇ ਉਦੋਂ ਫਿਰ ਚੇਲਿਆਂ ਨੂੰ ਸਮਝ ਆਈ ਹੋਣੀ ਆ ਵੀ ਹਾਂ ਇੱਦਾਂ ਦੇ ਇਵੈਂਟ ਪਹਿਲਾਂ ਵੀ ਹੋਏ ਹੈਗੇ ਆ, ਵੀ ਜਿਵੇਂ ਹੁਣ ਪ੍ਰਭੂ ਯਿਸੂ ਮਸੀਹ ਨੇ 5000 ਨੂੰ ਰਜਾਇਆ ਸੀਗਾ, ਉਦੋਂ ਪ੍ਰਭੂ ਯਿਸੂ ਮਸੀਹ ਨੇ ਰੋਟੀ ਤੋੜੀ ਹੋਣੀ ਆ। ਫਿਰ ਪ੍ਰਭੂ ਨੇ ਇੱਦਾਂ ਦੇ ਉਹਨਾਂ ਨੂੰ ਇਵੈਂਟ ਸਮਝ ਆਏ ਹੋਣੇ, ਜਦੋਂ ਪ੍ਰਭੂ ਨੇ ਪ੍ਰੇਅਰ ਕੀਤੀ ਹੋਣੀ ਆ, ਰੋਟੀ ਤੋੜ ਕੇ ਉਹਨਾਂ ਨੂੰ ਦਿੱਤੀ ਹੋਣੀ ਆ। ਤੇ ਜਦੋਂ ਉਹਨਾਂ ਨੇ ਰੋਟੀ ਤੋੜ ਕੇ ਪ੍ਰਭੂ ਨੇ ਉਹਨਾਂ ਨੂੰ ਦਿੱਤੀ ਤਾਂ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਤੇ ਪ੍ਰਭੂ ਉਹਨਾਂ ਦੇ ਕੋਲੋਂ ਚਲੇ ਗਏ। ਸੋ ਉਸ ਤੋਂ ਬਾਅਦ ਜਿਹੜਾ ਥਰਡ ਹੈਗਾ ਉਹ ਹੈਗਾ ਵਰਡ ਆਫ ਗॉड ਚੇਂਜ ਆਵਰ ਲਾਈਵਸ, ਚੇਂਜ ਆਵਰ ਹਾਰਟਸ। ਸੋ ਜਦੋਂ ਪ੍ਰਭੂ ਨੇ ਉਹਨਾਂ ਨੂੰ, ਅਸੀਂ ਦੇਖਿਆ ਕਿ ਪ੍ਰਭੂ ਨੇ ਉਹਨਾਂ ਨੂੰ ਵਚਨ ਦੇ ਵਿੱਚ ਸਮਝਾਇਆ ਸਾਰਾ ਕੁਛ, ਪ੍ਰਭੂ ਨੇ ਰਾਈਟ ਵੇ ਨਹੀਂ ਆਪਣਾ ਪ੍ਰੀਵੇਲ ਕੀਤਾ। ਪ੍ਰਭੂ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਸੀਗੇ ਵਚਨ ਕਿੰਨਾ ਇੰਪੋਰਟੈਂਟ ਆ। ਈਵਨ ਜਦੋਂ ਸ਼ੈਤਾਨ ਨੇ ਉਹਨਾਂ ਨੂੰ ਪਰਤਾਇਆ ਸੀ, ਪ੍ਰਭੂ ਨੇ ਵਚਨ ਦੇ ਵਿੱਚੋਂ ਹੀ ਉਹਨਾਂ ਨੂੰ ਜਵਾਬ ਦਿੱਤਾ ਸੀ ਸ਼ੈਤਾਨ ਨੂੰ। ਸੋ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਚਨ ਵਿੱਚੋਂ ਉਹਨਾਂ ਨੂੰ ਸਭ ਕੁਝ ਸਿਖਾਇਆ, ਰਿਮਾਇੰਡ ਕਰਵਾਇਆ ਵਚਨ ਦੇ ਰਾਹੀਂ, ਪਰਮੇਸ਼ਰ ਨੇ ਉਹਨਾਂ ਦੀ ਆਤਮਿਕ ਬੁੱਧ ਨੂੰ ਖੋਲ੍ਹ ਦਿੱਤਾ। ਤੇ ਉਹ ਉੱਥੇ ਬੈਠੇ ਨਹੀਂ ਰਹੇ ਹੈਗੇ। ਉਹਨਾਂ ਨੂੰ ਇਹ ਨਹੀਂ ਹੋਇਆ ਕਿ ਹਾਂ ਅਸੀਂ 12 ਕਿਲੋਮੀਟਰ ਭਾਈ ਚੱਲ ਕੇ ਆਏ ਤੇ ਸਾਨੂੰ 12 ਕਿਲੋਮੀਟਰ ਫਿਰ ਚੱਲਣਾ ਪੈਣਾ, ਵਾਪਸ ਹਨੇਰਾ ਹੋ ਗਿਆ, ਕੁਛ ਵੀ ਹੋ ਸਕਦਾ। ਪਰ ਉਹ ਉੱਠੇ ਤੇ ਉਹਨਾਂ ਨੇ ਉੱਠ ਕੇ ਜਾ ਕੇ ਦੂਸਰੇ ਚੇਲਿਆਂ ਨੂੰ ਦੱਸਿਆ ਤੇ ਉਹ ਉੱਥੇ ਹੀ ਚੁੱਪ ਨਹੀਂ ਹੋਏ ਹੈਗੇ। ਉਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਜਾ ਕੇ ਦੱਸਿਆ। ਉਹ ਵਿਟਨੈਸ ਬਣੇ ਜਾ ਕੇ ਸਾਰੇ ਪ੍ਰਭੂ ਯਿਸੂ ਮਸੀਹ ਦੇ, ਜੋ ਉਹਨਾਂ ਨੇ ਸਾਰੀ ਘਟਨਾ ਜੋ ਵੀ ਉਹਨਾਂ ਦੇ ਨਾਲ ਇਮਾਊਸ ਦੇ ਰਾਸਤੇ ਤੇ ਹੋਇਆ। ਸੋ ਉਹ ਲੂਕਾ ਸਾਨੂੰ ਇੱਥੇ ਦੱਸਦਾ ਪਿਆ ਹੈਗਾ ਕਿ ਲੂਕਾ ਨੂੰ ਪਤਾ ਸੀਗਾ ਕਿ ਉਹਨਾਂ ਨੇ ਤਾਂ ਪ੍ਰਭੂ ਨੂੰ ਦੇਖਿਆ, ਪਰ ਸਾਡੇ ਵਰਗੇ ਲੋਕ ਹੈਗੇ ਜਿਨ੍ਹਾਂ ਨੇ ਅਸੀਂ ਪ੍ਰਭੂ ਨੂੰ ਬਿਨਾਂ ਦੇਖੇ ਵਿਸ਼ਵਾਸ ਕਰਨਾ ਫਿਊਚਰ ਦੇ ਵਿੱਚ। ਇਸ ਕਰਕੇ ਉਹ ਸਾਰਾ ਕੁਛ ਇੱਥੇ ਲਿਖ ਰਿਹਾ ਵਾ ਲੂਕਾ। ਇਹ ਪਹਿਲੀ ਵਾਰ ਇਸ ਵਚਨ ਦੇ ਵਿੱਚ ਹੋਇਆ ਕਿ ਪ੍ਰਭੂ ਯਿਸੂ ਮਸੀਹ ਸਾਨੂੰ ਜਿਉਂਦਾ ਇੱਥੇ ਅਸੀਂ ਦੇਖਦੇ ਹੈਗੇ ਹਾਂ। ਤੇ ਅਸੀਂ ਮਸੀਹ ਨੂੰ ਆਪਣੀਆਂ ਅੱਖਾਂ ਨਾਲ ਤਾਂ ਹੁਣ ਤਾਂ ਨਹੀਂ ਦੇਖਦੇ ਹੈਗੇ ਅਸੀਂ, ਪਰ ਅਸੀਂ ਜ਼ਰੂਰ ਦੇਖਾਂਗੇ ਜਦੋਂ ਅਸੀਂ ਆਪਣੀ ਇਹ ਜਰਨੀ ਖਤਮ ਕਰਕੇ ਪ੍ਰਭੂ ਦੇ ਕੋਲ ਜਾਵਾਂਗੇ। ਸੋ ਉੱਥੇ ਇਹ ਵੀ ਹੈਗਾ ਕਿ ਅਸੀਂ ਜਦੋਂ ਹੁਣ ਪ੍ਰਭੂ ਦਾ ਰਿਜ਼ਰੈਕਸ਼ਨ ਹੋਇਆ, ਸੋ ਜਦੋਂ ਸੈਕਿੰਡ ਕਮਿੰਗ ਹੋਊਗੀ ਬਹੁਤ ਸਾਰੇ ਰਿਜ਼ਰੈਕਸ਼ਨ ਹੋਣਗੇ, ਸਾਡਾ ਵੀ ਉਹਨਾਂ ਦੇ ਵਿੱਚ ਹੀ ਰਿਜ਼ਰੈਕਸ਼ਨ ਹੋਊਗਾ। ਸੋ ਇਹਦੇ ਵਿੱਚੋਂ ਅਸੀਂ ਕੀ ਸਿੱਖਦੇ ਹੈਗੇ ਹਾਂ? ਸਾਡੇ ਲਈ ਅੱਜ ਇਹਦੇ ਵਿੱਚ ਕੀ ਹੈਗਾ ਕਿ ਅਸੀਂ ਪਰਮੇਸ਼ਰ ਦੇ ਵਚਨ ਵਿੱਚ ਜਾਣਦੇ ਹਾਂ, ਵਿਸ਼ਵਾਸ ਕਰਦੇ ਹਾਂ। ਜਦੋਂ ਅਸੀਂ ਦੁੱਖ ਵਿੱਚ ਹੁੰਦੇ ਹਾਂ, ਹੋਪਲੈਸ ਹੁੰਦੇ ਹਾਂ, ਡਿਸਕਰੇਜ ਹੁੰਦੇ ਹਾਂ, ਬਿਮਾਰੀਆਂ ਵਿੱਚ ਹੁੰਦੇ ਹਾਂ, ਕੀ ਅਸੀਂ ਵਚਨ 'ਤੇ ਮੈਡੀਟੇਟ ਕਰਦੇ ਹਾਂ ਜਾਂ ਅਸੀਂ ਫੋਨ ਚੱਕ ਕੇ ਦੱਸਦੇ ਹਾਂ ਵੀ ਮੈਨੂੰ ਤਾਂ ਆਹ ਬਿਮਾਰੀ ਹੋ ਗਈ? ਜਾਂ ਅਸੀਂ ਪ੍ਰਭੂ ਦੇ ਕੋਲ ਜਾਣ ਦੀ ਬਜਾਏ ਅਸੀਂ ਇੱਧਰ ਉੱਧਰ ਜ਼ਿਆਦਾ ਜਾਂਦੇ ਹੈਗੇ, ਜਾਂ ਅਸੀਂ ਪ੍ਰਭੂ ਦੇ ਚਰਨਾਂ ਵਿੱਚ ਨਹੀਂ ਬਹਿੰਦੇ ਹੈਗੇ। ਸਾਨੂੰ ਕੀ ਲੱਗਦਾ ਕਿ ਉਦੋਂ ਸਾਨੂੰ ਇਹ ਲੱਗਦਾ ਹੁੰਦਾ ਕਿ ਪ੍ਰਭੂ ਸਾਡੇ ਤੋਂ ਬਹੁਤ ਦੂਰ ਆ, ਪਰ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਹੁੰਦੇ ਆ, ਸਾਡੇ ਨਾਲ ਵਾਕ ਕਰਦੇ ਆ। ਡਿਸਕਰੇਜਮੈਂਟ ਹੁੰਦੀ ਆ, ਅਨਬਲੀਫ ਕਰਕੇ ਸਾਨੂੰ ਪ੍ਰਭੂ ਦਿਖਾਈ ਨਹੀਂ ਦਿੰਦੇ, ਸਾਨੂੰ ਪ੍ਰਭੂ ਦੀ ਹਜ਼ੂਰੀ ਮਹਿਸੂਸ ਨਹੀਂ ਹੁੰਦੀ। ਸੋ ਇਫ ਵੀ ਕੈਨ ਸੀ ਜੀਸਸ ਓਪਨ ਯੋਰ ਬਾਈਬਲ, he talked to us through his word of God, through prayer, have fellowship with Jesus, have coffee with him, have supper with him, walk with him। ਉਹ ਜਿਉਂਦਾ ਪਰਮੇਸ਼ਰ ਆ, ਉਹ ਜਿਉਂਦਾ ਆ। ਉਹਦੀ ਜਿਹੜੀ ਕਬਰ ਆ ਖਾਲੀ ਆ, ਉਹ ਜਿਉਂ ਉੱਠਿਆ ਵਾ। ਅਸੀਂ ਅੱਜ ਉਹ ਸੈਲੀਬ੍ਰੇਟ ਕਰਦੇ ਪਏ ਹਾਂ।
ਦੁਨੀਆ ਵਿੱਚ ਕਿਸੇ ਦੀ ਕਬਰ ਨਹੀਂ ਖਾਲੀ, ਸਿਰਫ ਸਾਡੇ ਯਿਸੂ ਮਸੀਹ ਦੀ ਕਬਰ ਖਾਲੀ ਆ। ਉਹ ਸਾਡੇ ਨਾਲ ਜਦੋਂ ਚੇਲਿਆਂ ਨਾਲ ਵਾਕ ਕਰਦੇ, ਸਾਡੇ ਨਾਲ ਵੀ ਵਾਕ ਕਰਦੇ ਆ। ਸੋ ਮੈਂ ਇਹੀ ਪ੍ਰੇਅਰ ਦੁਆ ਕਰਦੀ ਹਾਂ ਆਪਣੇ ਲਈ, ਆਪਣੇ ਸਾਰੇ ਭੈਣ ਭਰਾਵਾਂ ਲਈ, ਕਿ ਪ੍ਰਭੂ ਨੇ ਜਿੱਦਾਂ ਵਚਨ ਦੇ ਰਾਹੀਂ ਉਹਨਾਂ ਦੀਆਂ ਆਤਮਿਕ ਅੱਖਾਂ ਖੋਲੀਆਂ, ਇੱਦਾਂ ਹੀ ਪ੍ਰਭੂ ਸਾਡੀਆਂ ਵੀ ਆਤਮਿਕ ਅੱਖਾਂ ਖੋਲੇ। ਥੈਂਕ ਯੂ।